ਮਸੀਹ ਦੀ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਅੱਜ ਦੇ ਦਿਨ ਦੇ ਲਈ ਉਸਨੇ ਸਾਨੂੰ ਜਿਉਂਦੇ ਰੱਖਿਆ, ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ, ਸੁਰੱਖਿਅਤ ਰੱਖਿਆ। ਹਾਲੇਲੂਇਆ, ਉਸ ਦੀ ਤਾਰੀਫ ਕਰਦੇ ਹਾਂ। ਅਤੇ ਆਓ ਅਸੀਂ ਦੁਆ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਕਿ ਅੱਜ ਜੋ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਵਚਨ ਦੇਖਣ ਜਾ ਰਹੇ ਹਾਂ, ਅਤੇ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਸਾਨੂੰ ਸਮਝ ਦੇਵੇ ਕਿ ਉਸ ਵਚਨ ਦੇ ਅਨੁਸਾਰ ਅਸੀਂ ਚੱਲ ਸਕੀਏ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣਾ ਲਾਭ ਲੈ ਸਕੀਏ। ਜਿਹੜਾ ਅੱਜ ਦਾ ਮੇਰਾ ਟੌਪਿਕ ਹੈ ਕਿ ਉਹ ਸਾਡੇ ਆਪਣੇ ਲਾਭ ਦੇ ਲਈ ਆ ਕਿ ਅਸੀਂ ਕਿਸ ਤਰ੍ਹਾਂ ਬਚਣਾ ਆ। ਅਤੇ ਆਓ ਸਭ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ, ਪ੍ਰਭੂ ਦਾ ਧੰਨਵਾਦ ਕਰਾਂਗੇ। ਪਵਿੱਤਰ ਮਹਾਨ ਅਨੁਗ੍ਰਹਿਕਾਰੀ ਸਾਮਰਥੀ ਪਿਤਾ, ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪ੍ਰਭੂ ਤੁਸੀਂ ਸਾਨੂੰ ਜਿਉਂਦੇ ਰੱਖਿਆ, ਅੱਜ ਦਾ ਦਿਨ ਦਿਖਾਇਆ ਪਿਤਾ ਪਰਮੇਸ਼ਵਰ। ਬੀਤ ਚੁੱਕੇ ਸਮੇਂ ਦੇ ਵਿੱਚ ਸਾਨੂੰ ਪਿਤਾ ਪਰਮੇਸ਼ਵਰ ਹਰ ਪਿਤਾ ਪਰਮੇਸ਼ਵਰ ਪਾਸਿਓਂ ਸੁਰੱਖਿਅਤ ਰੱਖਿਆ, ਜਿਉਂਦੇ ਰੱਖਿਆ ਮੇਰੇ ਪਿਤਾ ਪਰਮੇਸ਼ਵਰ ਜੀ। ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਜੀ। ਅਤੇ ਤੂੰ ਸਾਨੂੰ ਪਿਤਾ ਪਰਮੇਸ਼ਵਰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲ ਕੇ ਰੱਖਿਆ, ਤੁਹਾਡਾ ਸ਼ੁਕਰ ਕਰਦੇ ਹਾਂ ਪਿਆਰੇ ਪਿਤਾ। ਅੱਜ ਦਾ ਜੋ ਵਚਨ ਹੈ ਖੁਦਾਵੰਦ ਖੁਦਾ, ਕਿ ਅਸੀਂ ਆਪਣੀ ਰੱਖਿਆ ਕਿਸ ਤਰ੍ਹਾਂ ਕਰਨੀ ਹੈ ਮੇਰੇ ਪਿਤਾ ਪਰਮੇਸ਼ਵਰ। ਅਸੀਂ ਆਪਣੀ ਖੁਦਾਵੰਦ ਖੁਦਾ ਕਿਸ ਤਰ੍ਹਾਂ ਅਸੀਂ ਸੇਫ ਰਹਿਣਾ ਤੇਰੇ ਵਿੱਚ ਖੁਦਾਵੰਦ ਖੁਦਾ। ਕਿ ਪਿਤਾ ਪਰਮੇਸ਼ਵਰ ਇਹ ਵਚਨ ਦੇ ਦੁਆਰਾ ਇਹ ਲੋਕ ਆਸ਼ੀਸ਼ਿਤ ਹੋਣ, ਜਿੰਨੇ ਵੀ ਸੁਣਨ ਪਿਤਾ ਪਰਮੇਸ਼ਵਰ, ਇਸ ਵਚਨ ਦੇ ਅਨੁਸਾਰ ਚੱਲ ਕੇ ਮੇਰੇ ਪਿਤਾ ਪਰਮੇਸ਼ਵਰ ਆਪਣੇ ਆਪ ਨੂੰ ਇਸ ਪਿਤਾ ਪਰਮੇਸ਼ਵਰ ਅੰਤਮ ਦਿਨਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਇਸ ਬਿਮਾਰੀ ਦੇ ਸਮੇਂ ਦੇ ਵਿੱਚ, ਇਸ ਖੁਦਾਵੰਦ ਖੁਦਾ ਪਿਤਾ ਪਰਮੇਸ਼ਵਰ ਸੰਕਟ ਦੇ ਵਿੱਚ ਆਪਣੇ ਆਪ ਨੂੰ ਸੇਫ ਰੱਖ ਸਕਣ ਪਿਤਾ ਪਰਮੇਸ਼ਵਰ, ਤੇਰੇ ਵਿੱਚ ਲੁਕ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਇਹਨਾਂ ਬੁਰਾਈਆਂ ਤੋਂ ਪਿਤਾ ਪਰਮੇਸ਼ਵਰ ਤੂੰ ਹੀ ਜੋ ਸੰਸਾਰ ਦੇ ਵਿੱਚ ਚੱਲ ਰਹੀਆਂ, ਤੂੰ ਹੀ ਬਚਾਉਣ ਵਾਲਾ ਪਰਮੇਸ਼ਵਰ ਹੈ ਪਿਤਾ। ਜਿੰਨੇ ਵੀ ਇਸ ਵਚਨ ਨੂੰ ਸੁਣਨ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ। ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਵਚਨ ਫਲ ਲੈ ਕੇ ਆਵੇ ਮੇਰੇ ਪ੍ਰਭੂ ਜੀ। ਇਸ ਵਚਨ ਨੂੰ ਸੁਣ ਕੇ ਇਹ ਸਮਝ ਕੇ ਇਹ ਚੱਲ ਸਕਣ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਅਤੇ ਅੱਜ ਜਿਹੜਾ ਮੇਰਾ ਵਿਸ਼ਾ ਆ ਪ੍ਰਭੂ ਦੇ ਵੱਲੋਂ ਜੋ ਵੀ ਆਤਮਾ ਦੇ ਦੁਆਰਾ ਮਿਲਿਆ ਆ, ਜਦੋਂ ਕਿਉਂਕਿ ਇਹ ਜਿਹੜਾ ਸਮਾਂ ਆ ਜਦੋਂ ਅਸੀਂ ਸੰਸਾਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਾਲਾਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਆ, ਵਿਪੱਤੀਆਂ ਆ ਰਹੀਆਂ ਆ, ਬਿਮਾਰੀਆਂ ਆ ਰਹੀਆਂ ਆ, ਕਿ ਇਸ ਬਿਮਾਰੀ ਦੇ ਵਿੱਚ, ਇਹਨਾਂ ਵਿਪੱਤੀਆਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਬਚਣਾ ਆ। ਚਾਹੇ ਬਿਮਾਰੀ ਆ, ਚਾਹੇ ਕੋਵਿਡ ਹੈ, ਕਰੋਨਾ ਵਾਇਰਸ ਹੈ, ਚਾਹੇ ਕੋਈ ਹੋਰ ਬਿਮਾਰੀ ਆ, ਨਵੀਆਂ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ, ਚਾਹੇ ਕੋਈ ਹੋਰ ਬਿਮਾਰੀ, ਇਸ ਤੋਂ ਇਲਾਵਾ ਕੋਈ ਹੋਰ ਬਿਮਾਰੀ ਆਉਂਦੀ ਆ ਫਿਊਚਰ ਦੇ ਵਿੱਚ, ਉਸ ਤੋਂ ਵੀ ਕਿਸ ਤਰ੍ਹਾਂ ਬਚਣਾ ਆ। ਚਾਹੇ ਹੜ੍ਹ ਆਉਂਦੇ ਆ, ਹਨੇਰੀਆਂ ਤੂਫਾਨ ਆਉਂਦੇ ਆ, ਭੂਕੰਪ ਆਉਂਦੇ ਆ, ਕਿਸ ਤਰ੍ਹਾਂ ਅਸੀਂ ਬਚਣਾ ਆ। ਹਾਲੇਲੂਇਆ। ਕਿਸ ਤਰ੍ਹਾਂ ਇਹਨਾਂ ਦੁੱਖਾਂ ਤੋਂ, ਇਹਨਾਂ ਸੰਕਟ ਤੋਂ ਕਿਸ ਤਰ੍ਹਾਂ ਅਸੀਂ ਬਚ ਸਕਦੇ ਹਾਂ। ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹਨ, ਤੁਸੀਂ ਕਿੱਦਾਂ ਬਚ ਸਕਦੇ ਆ, ਅਤੇ ਜਿਹੜੇ ਯਿਸੂ ਮਸੀਹ ਨੂੰ ਮੰਨਦੇ ਆ ਉਹ ਕਿੱਦਾਂ ਬਚ ਸਕਦੇ ਆ, ਜਿਹੜੇ ਨਹੀਂ ਪ੍ਰਭੂ ਤੋਂ ਦੂਰ ਹੈ ਉਹ ਕਿਸ ਤਰ੍ਹਾਂ ਬਚ ਸਕਦੇ ਆ। ਆਓ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ, ਜਲਦੀ ਦੇ ਨਾਲ ਸ਼ੁਰੂ ਕਰਾਂਗੇ, ਕੱਢਾਂਗੇ ਰੋਮੀਆਂ ਉਹਦਾ 8ਵਾਂ ਅਧਿਆਇ, ਰੋਮੀਆਂ ਦੀ ਪੱਤਰੀ ਉਹਦਾ 8ਵਾਂ ਅਧਿਆਇ। ਕੀ ਲਿਖਿਆ ਵਾ ਮੈਂ ਪੜਾਂਗਾ ਤੁਹਾਡੇ ਲਈ। ਅਬ ਜੋ ਯਿਸੂ ਮਸੀਹ ਮੇਂ ਹੈ, ਹਾਲੇਲੂਇਆ। ਕੀ ਕਹਿੰਦਾ ਹੈ ਵਚਨ, ਅਬ ਜੋ ਯਿਸੂ ਮਸੀਹ ਮੇਂ ਹੈ ਉਨ ਪਰ ਦੰਡ ਕੀ ਆਗਿਆ ਨਹੀਂ ਹੈਗੀ। ਜਿਹੜੇ ਲੋਕ ਯਿਸੂ ਮਸੀਹ ਦੇ ਵਿੱਚ ਹਨ, ਇੱਕ ਲੋਕ ਬਾਹਰ ਹੁੰਦੇ ਯਿਸੂ ਮਸੀਹ ਦੇ, ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ, ਇੱਕ ਵਿੱਚ ਹੁੰਦੇ ਆ, ਇੱਕ ਅਧੂਰੇ ਹੁੰਦੇ ਆ, ਅੱਧੇ ਕੁ ਵਿੱਚ ਹੁੰਦੇ, ਇੱਕ ਪੈਰ ਵਿੱਚ ਹੁੰਦਾ, ਇੱਕ ਬਾਹਰ ਹੁੰਦਾ ਕਈਆਂ ਦਾ। ਯਿਸੂ ਮਸੀਹ ਉਹਨਾਂ ਦੀ ਗੱਲ ਕਰ ਰਿਹਾ, ਪਵਿੱਤਰ ਕਲਾਮ ਉਹਨਾਂ ਦੀ ਗੱਲ ਕਰ ਰਿਹਾ ਜਿਹੜਾ ਯਿਸੂ ਮਸੀਹ ਦੇ ਵਿੱਚ ਹਨ। ਉਹਨਾਂ ਦੇ ਉੱਤੇ ਕੋਈ ਵੀ ਦੰਡ ਦੀ ਆਗਿਆ, ਕੋਈ ਸਜ਼ਾ ਦਾ ਹੁਕਮ ਨਹੀਂ ਹੈ। ਹਾਲੇਲੂਇਆ। ਜਿਹੜੇ ਬਾਹਰ ਹੈ ਉਹਨਾਂ ਉੱਤੇ ਹੋ ਸਕਦਾ ਆ, ਜਿਹੜੇ ਅੱਧ ਵਿਚਾਲੇ ਆ, ਅੱਧਾ ਕੁ ਪੈਰ ਮਸੀਹ ਦੇ ਵਿੱਚ ਆ, ਅੱਧਾ ਕੁ ਸੰਸਾਰ ਦੇ ਵਿੱਚ ਆ, ਉਹਨਾਂ ਉੱਤੇ ਦੁੱਖ ਹੋ ਸਕਦਾ, ਉਹਨਾਂ ਉੱਤੇ ਵਿਪੱਤੀ ਆ ਸਕਦੀ ਆ, ਉਹਨਾਂ ਉੱਤੇ ਰੋਗ ਆ ਸਕਦਾ, ਮਹਾਰੋਗ ਆ ਸਕਦਾ ਆ, ਦੁੱਖ ਆ ਸਕਦਾ। ਪਰ ਇੱਥੇ ਜਿਹੜਾ ਪਵਿੱਤਰ ਕਲਾਮ ਹੈ, ਵਚਨ ਕਹਿੰਦਾ ਅਬ ਜੋ ਯਿਸੂ ਮਸੀਹ ਮੇਂ ਹੈ ਉਨ ਪਰ ਦੰਡ ਕੀ ਆਗਿਆ ਨਹੀਂ। ਹਾਲੇਲੂਇਆ। ਅਤੇ ਜਿਹੜੇ ਯਿਸੂ ਮਸੀਹ ਦੇ ਵਿੱਚ ਹਨ, ਜਿਹੜੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲ ਰਹੇ ਹਨ, ਜਿਹੜੇ ਇਕੱਲੇ ਚਿੰਨ੍ਹ ਚਮਤਕਾਰ ਦੇ ਪਿੱਛੇ ਨਹੀਂ ਜਾਂਦੇ, ਬਲਕਿ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਜੀਣ ਦੀ ਪੂਰੀ ਕੋਸ਼ਿਸ਼ ਕਰਦੇ ਆ, ਉਹ ਇਸ ਪ੍ਰਯਾਸ ਦੇ ਵਿੱਚ ਲੱਗੇ ਰਹਿੰਦੇ, ਇਸ ਯਤਨ ਦੇ ਵਿੱਚ ਲੱਗੇ ਰਹਿੰਦੇ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦੇ ਰਹੀਏ। ਜਦੋਂ ਉਹਨਾਂ ਕੋਲ ਕੋਈ ਗਲਤੀ ਹੋ ਜਾਂਦੀ ਹੈ, ਕੋਈ ਪਾਪ ਹੋ ਜਾਂਦਾ, ਕੋਈ ਗੁਨਾਹ ਹੁੰਦਾ, ਉਹ ਪਛਤਾਤਾਪ ਕਰਦੇ ਆ, ਪਰਮੇਸ਼ਰ ਦੇ ਅੱਗੇ ਗਿੜਗਿੜਾਉਂਦੇ ਆ, ਪਰਮੇਸ਼ਰ ਦੇ ਅੱਗੇ ਰੋਂਦੇ ਆ ਕਿ ਪ੍ਰਭੂ ਸਾਨੂੰ ਮਾਫ਼ ਕਰ। ਮਤਲਬ ਅੰਦਰੋਂ ਪਛਤਾਉਂਦੇ ਆ ਕਿ ਮੈਂ ਕੀ ਕਰ ਬੈਠਿਆ ਜਾਂ ਕੀ ਕਰ ਬੈਠੀ।
ਇਹੋ ਜਿਹੇ ਲੋਕਾਂ ਦੇ ਲਈ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ? ਕਹਿੰਦਾ ਜੋ ਯਿਸੂ ਮਸੀਹ ਦੇ ਵਿੱਚ ਹਨ ਉਹਨਾਂ ਉੱਤੇ ਸਜ਼ਾ ਦਾ ਹੁਕਮ, ਉਹਨਾਂ ਉੱਤੇ ਦੰਡ ਦੀ ਆਗਿਆ नहीं है, क्योंकि वे शरीर के अनुसार नहीं बल्कि आत्मा के अनुसार चलते हैं। हालेलुया। ते ਉਹ ਜਿਹੜੇ ਲੋਕ ਹੈ ਜਿਹੜੇ ਯਿਸੂ ਮਸੀਹ ਦੇ ਵਿੱਚ ਹਨ ਉਹ ਕਾਹਦੇ ਅਨੁਸਾਰ ਚੱਲਦੇ ਆ? ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਚੱਲਦੇ ਆ। ਹਾਲੇਲੂਇਆ। ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਹਾਲਾਤਾਂ ਨੂੰ ਦੇਖ ਰਹੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਬਿਮਾਰ ਹੋ ਰਹੇ ਆ, ਕੋਵਿਡ ਦੇ ਲਪੇਟ ਦੇ ਵਿੱਚ ਆ ਰਹੇ ਆ ਤੇ ਹੋਰ तमाम ਬਿਮਾਰੀਆਂ ਦੇ ਵਿੱਚ ਫਸ ਰਹੇ ਆ। ਹਾਲੇਲੂਇਆ। ਬਹੁਤ ਸਾਰੇ ਲੋਕ ਮੁਸੀਬਤਾਂ ਦੇ ਵਿੱਚ, ਤਕਲੀਫਾਂ ਦੇ ਵਿੱਚ, ਦੁੱਖਾਂ ਦੇ ਵਿੱਚ ਫਸ ਰਹੇ ਆ। ਕਾਰਨ ਕੀ ਆ? ਕਿਉਂਕਿ ਉਹ ਬਹੁਤ ਸਾਰੇ ਲੋਕ ਜਿਹੜੇ ਆ ਪ੍ਰਭੂ ਦੇ ਵਿੱਚ ਨਹੀਂ ਹਨ, ਯਿਸੂ ਮਸੀਹ ਦੇ ਵਿੱਚ ਨਹੀਂ, ਉਹ ਪਰਮੇਸ਼ਰ ਤੋਂ ਦੂਰ ਹਨ। ਇਸ ਕਰਕੇ ਉਹਨਾਂ ਉੱਤੇ ਦੁਨੀਆਂ ਵਿਪੱਤੀਆਂ ਆ ਰਹੀਆਂ ਆ। ਯਿਸੂ ਮਸੀਹ ਜਦੋਂ ਅਸੀਂ ਮੱਤੀ ਪੜ੍ਹਦੇ ਆ ਤਾਂ ਮੱਤੀ ਦੇ ਵਿੱਚ ਲੂਕਾ ਪੜ੍ਹਦੇ ਉਹਦਾ 21ਵਾਂ ਅਧਿਆਇ ਪੜ੍ਹਦੇ ਆ, ਉਹਦੀ 7 ਤੋਂ ਲੈ ਕੇ 19 ਦੇ ਵਿੱਚ ਲਿਖਿਆ ਵਾ ਯਿਸੂ ਮਸੀਹ ਨੇ ਅੰਤ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਟਨਾ, ਬਹੁਤ ਸਾਰੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਕਿ ਜਦੋਂ ਆਪਣੇ ਚੇਲਿਆਂ ਨੂੰ ਦੱਸ ਰਿਹਾ ਯਿਸੂ ਮਸੀਹ ਕਿ ਬਿਮਾਰੀਆਂ ਆਉਣਗੀਆਂ, ਵਿਪੱਤੀਆਂ ਆਉਣਗੀਆਂ, ਤੁਸੀਂ ਘਬਰਾਉਣਾ ਨਹੀਂ, ਤੁਸੀਂ ਡਰਨਾ ਨਹੀਂ, ਮੈਂ ਤੁਹਾਡੇ ਨਾਲ ਯੁੱਗਾਂ ਦੇ ਅੰਤ ਤੱਕ ਆ। ਤੇ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਫਿਰ ਵਚਨ ਦੇ ਵਿੱਚ ਰੋਮੀਆਂ ਦੇ ਵਿੱਚ ਕਹਿੰਦਾ ਜਿਹੜੇ ਮੇਰੇ ਵਿੱਚ ਹਨ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ ਆ, ਉਹਨਾਂ ਉੱਤੇ ਬਿਮਾਰੀ ਦਾ ਹੁਕਮ ਨਹੀਂ ਆ, ਉਹਨਾਂ ਉੱਤੇ ਗਰੀਬੀ ਦਾ ਹੁਕਮ ਨਹੀਂ ਆ, ਉਹਨਾਂ ਉੱਤੇ ਲਾਚਾਰੀ ਦਾ ਹੁਕਮ ਨਹੀਂ ਆ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਣੇ ਪੰਖਾਂ ਦੀ ਓਟ ਦੇ ਵਿੱਚ ਸੰਭਾਲ ਕੇ ਰੱਖਾਂਗਾ। ਹਾਲੇਲੂਇਆ। ਜਦੋਂ ਅਸੀਂ 91 ਜ਼ਬੂਰ ਪੜ੍ਹਦੇ ਆ ਉੱਥੇ ਲਿਖਿਆ ਹੋਇਆ ਕਹਿੰਦਾ ਜੋ मैं थोड़े लिए वचन पढ़ांगा 91 जबूर, जो परम प्रधान के छाए हुए स्थान में बैठा रहे वह सर्वशक्तिमान की छाया में ठिकाना पाएगा। ਜਿਹੜਾ ਇਨਸਾਨ ਪਰਮੇਸ਼ਰ ਦੇ ਛਾਏ ਹੋਏ ਸਥਾਨ ਦੇ ਵਿੱਚ, ਮਤਲਬ ਪਰਮੇਸ਼ਰ ਜਿੱਥੇ ਪਰਮੇਸ਼ਰ ਮੌਜੂਦ ਹੈ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਰ ਦਾ ਸਥਾਨ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਆ, ਉਸ ਹਜ਼ੂਰੀ ਦੇ ਵਿੱਚ ਬਣਿਆ ਰਹਿੰਦਾ। ਪਰਮੇਸ਼ਰ ਦਾ ਸਥਾਨ ਕਿਹੜਾ ਆ? ਇਹ ਪਵਿੱਤਰ ਆਤਮਾ ਦਾ ਮੰਦਰ, ਇਹ ਸਰੀਰ ਪਵਿੱਤਰ ਆਤਮਾ ਦਾ ਜੋ ਮੰਦਰ ਹੈ, ਪਰਮੇਸ਼ਰ ਇਸ ਦੇ ਵਿੱਚ ਵਾਸ ਕਰਦਾ। ਜਿਹੜਾ ਪਰਮੇਸ਼ਰ ਦੇ ਵਿੱਚ ਬਣਿਆ ਰਹਿੰਦਾ, ਉਸਦੇ ਵਚਨਾਂ ਦੇ ਵਿੱਚ ਬਣਿਆ ਰਹਿੰਦਾ ਆ, ਉਹ ਪਰਮੇਸ਼ਰ ਦੇ ਸਥਾਨ ਦੇ ਵਿੱਚ ਬਣਿਆ ਰਹਿੰਦਾ ਆ। ਹਾਲੇਲੂਇਆ। ਜੋ पर प्रधान के छाए हुए स्थान में, छाया ਹੋਇਆ ਸਥਾਨ, ਮੰਨ ਲਓ ਐਗਜ਼ਾਮਪਲ ਤੌਰ ਤੇ ਜਿੱਥੇ ਜਦੋਂ ਅਸੀਂ ਕੋਈ ਵੀ ਸ਼ੈੱਡ ਪਾਉਂਦੇ ਆ, ਮਤਲਬ ਕਮਰਾ ਪਾਉਂਦੇ ਆ, ਜਾਂ ਉਹਦੇ ਥੱਲੇ ਕੀ ਆ ਜਾਂਦੀ? ਛਾਂ ਆ ਜਾਂਦੀ ਆ। ਜਦੋਂ ਕੋਈ ਸਾਡੇ ਉੱਤੇ ਛੱਤ ਨਹੀਂ ਹੁੰਦੀ ਤਾਂ ਕੀ ਹੁੰਦਾ? ਸੂਰਜ ਦੀਆਂ ਜਿਹੜੀਆਂ ਕਿਰਨਾਂ ਆ ਆਉਂਦੀਆਂ ਆ, ਗਰਮੀ ਦੇ ਵਿੱਚ ਅਸੀਂ ਬੈਠ ਨਹੀਂ ਸਕਦੇ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ, ਪਰਮੇਸ਼ਰ ਦੀ ਸ਼ਰਨ ਦੇ ਹੇਠਾਂ ਆ ਜਾਂਦੇ ਆ, ਪਰਮੇਸ਼ਰ ਉੱਪਰ ਅਸੀਂ ਉਹਦੀ ਸ਼ਰਨ ਦੇ ਵਿੱਚ ਆ ਜਾਂਦੇ ਆ, ਤਾਂ ਪਰਮੇਸ਼ਰ ਸਾਨੂੰ ਢੱਕ ਲੈਂਦਾ ਕਿ ਜਿੰਨੀਆਂ ਵੀ ਵਿਪੱਤੀਆਂ ਆਉਂਦੀਆਂ ਉਹ ਆਲੇ ਦੁਆਲੇ ਚਲੇ ਜਾਂਦੀਆਂ, ਬਲਕਿ ਉਹ ਸਾਡੇ ਉੱਤੇ ਨਹੀਂ ਆਉਂਦੀਆਂ। ਇਸੇ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਜੋ ਯਿਸੂ ਮਸੀਹ ਦੇ ਵਿੱਚ ਹਨ, ਮਤਲਬ ਉਹਦੇ ਛਾਏ ਹੋਏ ਸਥਾਨ ਦੇ ਵਿੱਚ, ਜਿਹੜੀ ਉਹਦੀ ਹਜ਼ੂਰੀ ਦੇ ਵਿੱਚ, ਜਿਹੜੇ ਉਹਦੀ ਉਪਸਥਿਤੀ ਦੇ ਵਿੱਚ ਬਣੇ ਰਹਿੰਦੇ ਹਨ, ਉਹਨਾਂ ਉੱਤੇ ਕੋਈ ਵੀ ਸਜ਼ਾ ਦਾ ਹੁਕਮ ਨਹੀਂ ਹੈਗਾ, ਉਹਨਾਂ ਤੇ ਕੋਈ ਵੀ ਬਿਮਾਰੀ ਦਾ ਹੁਕਮ ਨਹੀਂ ਹੈਗਾ। ਅੱਜ ਕੱਲ੍ਹ ਕੀ ਹੋ ਰਿਹਾ? ਬਹੁਤ ਸਾਰੇ ਲੋਕ, ਖਾਸ ਤੌਰ ਤੇ ਜਿਹੜਾ ਵਾਇਰਸ ਹੈ, ਕਰੋਨਾ ਵਾਇਰਸ, ਇਸ ਦੀ ਲਪੇਟ ਦੇ ਵਿੱਚ ਮਸੀਹ ਲੋਕ ਵੀ ਆ ਰਹੇ ਆ। ਬਹੁਤ ਸਾਰੇ ਮਸੀਹਾਂ ਦੇ ਲਈ ਮੈਂ ਦੁਆ ਵੀ ਕਰਦਾ ਆ ਤੇ ਕਈਆਂ ਦਾ ਫੋਨ ਆਉਂਦਾ, ਪਰਮੇਸ਼ਰ ਉਹਨਾਂ ਨੂੰ ਛੁਟਕਾਰਾ ਦਿੰਦਾ ਆ। ਉਹ ਫੋਨ ਕਰਕੇ ਦੁਆਰਾ ਦੱਸਦੇ ਆ ਪਰਮੇਸ਼ਰ ਨੇ ਸਾਨੂੰ ਚੰਗਾ ਕੀਤਾ ਪਾਸਟਰ ਜੀ। ਕਾਰਨ ਕੀ ਆ ਕਿ ਉਹ ਕਿਉਂ ਲਪੇਟ ਦੇ ਵਿੱਚ ਆ ਰਹੇ ਆ? ਉਹ ਉਹਨਾਂ ਲਈ ਮੈਸੇਜ ਹੈ, ਚਾਹੇ ਤੁਸੀਂ ਪ੍ਰਭੂ ਦੇ ਵਿੱਚ ਹੋ ਚਾਹੇ ਨਹੀਂ ਹੋ, ਤੁਹਾਡੇ ਲਈ ਸਾਰਿਆਂ ਦੇ ਲਈ ਇਹ, ਅਗਰ ਤੁਸੀਂ ਬਚਣਾ ਹੈ ਸੰਸਾਰ ਦੀਆਂ ਵਿਪੱਤੀਆਂ ਤੋਂ, ਦੁੱਖਾਂ ਤੋਂ, ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣਾ ਪੈਣਾ ਹੈ। ਹਾਲੇਲੂਇਆ। ਜਾਂ ਤਾਂ ਤੁਸੀਂ ਵਿੱਚ ਆ ਜਾਓਗੇ, ਬਚ ਜਾਓਗੇ, ਜਾਂ ਜੇ ਬਾਹਰ ਆਓਗੇ ਤੁਸੀਂ ਦੁੱਖਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ, ਬਿਮਾਰੀਆਂ ਦੇ ਵਿੱਚ ਫਸਦੇ ਰਹੋਗੇ। ਤੁਹਾਨੂੰ ਜ਼ਰੂਰਤ ਹੈ ਯਿਸੂ ਮਸੀਹ ਦੇ ਵਿੱਚ ਆਉਣ ਦੀ। ਹਾਲੇਲੂਇਆ। ਕਿਉਂਕਿ ਜਿਹੜਾ ਯਿਸੂ ਮਸੀਹ ਦੇ ਵਿੱਚ ਆ, ਵਚਨ ਕਹਿੰਦਾ ਉਹਨਾਂ ਤੇ ਸਜ਼ਾ ਦਾ ਹੁਕਮ ਹੈ ਹੀ ਨਹੀਂ। ਹਾਲੇਲੂਇਆ। ਅਗਰ ਫਿਰ ਵੀ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਵੀ ਜਾਂਦਾ ਆ ਤਾਂ ਕੀ ਆ? ਉਹ ਦੁੱਖ ਖਤਮ ਹੋ ਜਾਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਅੱਜ ਕੱਲ੍ਹ ਲੋਕ ਡਬਲ ਮੈਂ ਦੇਖਿਆ ਬਾਜ਼ਾਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਡਬਲ ਮਾਸਕ ਲਾ ਰਹੇ ਆ, ਡਬਲ ਮਾਸਕ ਲਾ ਰਹੇ ਆ। ਫਿਰ ਵੀ ਉਹਨਾਂ ਨੂੰ ਮਾਸਕ ਮਾਸਕ ਵੀ ਲਗਾਉਂਦੇ ਆ, ਫਿਰ ਵੀ ਉਹ ਕੀ ਹੁੰਦਾ ਆ? ਉਹ ਫਿਰ ਵੀ ਉਹ ਕੋਵਿਡ ਦੇ ਲਪੇਟ ਦੇ ਵਿੱਚ ਆਉਂਦੇ ਆ। ਮੈਂ ਮਾਸਕ ਤੋਂ ਮਨਾ ਨਹੀਂ ਕਰਦਾ, ਬਹੁਤ ਸਾਰੇ ਮੈਂ ਮਾਸਕ ਦੇ ਖਿਲਾਫ ਨਹੀਂ ਹੈਗਾ, ਮਾਸਕ ਲਗਾਓ। ਮੈਂ ਵੀ ਜਦੋਂ ਬਾਜ਼ਾਰ ਦੇ ਵਿੱਚ ਜਾਂਦਾ ਆ ਮੈਂ ਵੀ ਲਗਾਉਂਦਾ ਆ। ਕੀ ਕਾਰਨ? ਤੇ ਮੇਰਾ ਚਲਾਨ ਨਾ ਹੋ ਜਾਵੇ ਇਸ ਲਈ ਲਗਾਉਂਦਾ ਆ। ਮੈਨੂੰ ਬਿਮਾਰੀ ਦਾ ਡਰ ਨਹੀਂ, ਕਿਉਂਕਿ ਮੈਂ ਯਿਸੂ ਮਸੀਹ ਦੇ ਵਿੱਚ ਹਾਂ। ਹਾਲੇਲੂਇਆ। ਮਾਸਕ ਲਗਾ ਕੇ ਘੁੰਮਣ ਨਾਲੋਂ ਜ਼ਿਆਦਾ ਜ਼ਰੂਰੀ ਆ ਕਿ ਯਿਸੂ ਮਸੀਹ ਨੂੰ ਅੰਦਰ ਪਾ ਕੇ ਘੁੰਮਿਆ ਜਾਏ। ਹਾਲੇਲੂਇਆ।
ਯਿਸੂ ਮਸੀਹ ਨੂੰ ਪਾ ਕੇ ਘੁੰਮਿਆ ਜਾਵੇ। ਅਸੀਂ ਮਾਸਕ ਲਗਾ ਕੇ ਘੁੰਮਦੇ ਹਾਂ, ਯਿਸੂ ਮਸੀਹ ਪਾ ਕੇ ਘੁੰਮੋ। ਹਾਲੇਲੂਇਆ। ਮੈਂ ਕਿਹਾ ਬਿਮਾਰੀ ਤੁਹਾਡੇ ਨੇੜੇ ਨਹੀਂ ਆਏਗੀ। ਉਹਦਾ ਵਚਨ ਕਹਿੰਦਾ ਆ ਕੋਈ ਵਿਪੱਤੀ ਤੇਰੇ ਡੇਰੇ ਦੇ ਨਿਕਟ ਨਹੀਂ ਆਏਗੀ। ਹਾਲੇਲੂਇਆ। ਜਦੋਂ ਅਸੀਂ 91 ਜ਼ਬੂਰ ਪढ़ते हैं, ਉੱਥੇ ਲਿਖਿਆ ਹੋਇਆ जो परमेश्वर के छाए हुए स्थान में बैठा रहे वह सर्वशक्तिमान की छाया में टिकाना पाएगा। मैं यहोवा के विषय कहूँगा, वह मेरा शरण स्थान और मेरा गढ़ है, वह मेरा परमेश्वर है, मैं उस पर भरोसा रखूँगा। वह तुझे बहेलिए के जाल से और महामारी से बचाएगा। हालेलुया। की वचन तीसरा की कहता है 91 ਜ਼ਬੂਰ ਉਹਦਾ तीसरा वचन की कहता है वह तुझे बहेलिए मतलब शैतान दी चाल तो, शैतान दी चाल तो कौन बचाएगा? सानू परमेश्वर दा आत्मा बचाएगा, परमेश्वर बचाएगा और महामारी से बचाएगा। ये महामारी तो कौन बचा सकता? सानू परमेश्वर बचा सकता है। हालेलुया। सानू कोई वैक्सीन नहीं बचा सकती, सानू कोई मास्क नहीं बचा सकता, सानू कोई लॉकडाउन नहीं बचा सकता। तुसी जिन्ना मर्जी बचा कर लो, ਜਦੋਂ तक तुसी यीशु मसीह ਦੇ ਵਿੱਚ नहीं हैगे उदों तक दुनिया उत्ते बहुत सारिया विपत्तियां आनियां है। सिर्फ हजे तक थोड़े आया, हजे आने वाले समय ਦੇ ਵਿੱਚ होर भी आनियां आ जो ना कोई इंसान जानता है। बल्कि पवित्र बाइबल ਦੇ ਵਿੱਚ लिखा होया कि महामारियां फैलणगियां। इस महामारी तो ਜਿਹੜੀਆਂ आने वालियां विपत्तियां आ, इस तो सानू बचा रहा कोई ना कोई किसी न किसी ढंग ਦੇ ਨਾਲ दवाइयां ਦੇ ਨਾਲ ਅਸੀਂ बच रहे हैं। हालेलुया। प्रार्थना ਦੇ द्वारा बच रहे हैं। बल्कि अगर आने वाले समय ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਸਾਨੂੰ ਬਲੈਸ ਕਰੇ, ਪਰਮੇਸ਼ਰ ਸਾਨੂੰ ਚੰਗਾ ਕਰੇ, ਪਰਮੇਸ਼ਰ ਸਾਨੂੰ ਬਰਕਤ ਦੇਵੇ, ਅਸੀਂ ਹਰ ਮਹਾਰੋਗ ਤੋਂ ਹਰ ਮਹਾਮਾਰੀ ਤੋਂ ਬਚੀਏ, ਤਾਂ ਕੀ ਕਰਨਾ ਪੈਣਾ ਆ? ਸਾਨੂੰ ਪਰਮੇਸ਼ਰ ਦੇ ਯਿਸੂ ਮਸੀਹ ਦੇ ਵਿੱਚ ਆਣਾ ਪੈਣਾ ਆ। ਹਾਲੇਲੂਇਆ। बचन कहता वह तुझे अपने पंखों की आड़ में ले लेगा और तू उसके परों के नीचे शरण पाएगा। ਜਦੋਂ ਅਸੀਂ ਪਰਮੇਸ਼ਰ ਦੇ ਪੰਖਾਂ ਦੇ ਹੇਠ ਆ ਜਾਵਾਂਗੇ, ਪਰਮੇਸ਼ਰ ਦੇ ਪਰਾਂ ਦੇ ਹੇਠ ਆ ਜਾਵਾਂਗੇ, ਜਿਸ ਤਰ੍ਹਾਂ ਇੱਕ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਪੰਖਾਂ ਹੇਠਾਂ ਛੁਪਾ ਕੇ ਰੱਖਦੀ ਹੈ ਜਦੋਂ ਉਸ ਨੂੰ ਕੋਈ ਜਾਨਵਰ ਉਸ ਉੱਤੇ ਅਟੈਕ ਕਰਦਾ ਆ। ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਵੀ ਸਾਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਦਾ ਹੈ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖਦਾ। ਜਦੋਂ ਕੋਈ ਵੀ ਸਾਡੇ ਉੱਤੇ ਅਟੈਕ ਕਰਦਾ, ਪਰਮੇਸ਼ਰ ਸਾਡੀ ਕੀ ਕਰਦਾ? ਪਰਮੇਸ਼ਰ ਸਾਡਾ ਬਚਾਅ ਕਰਦਾ, ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ। ਹਾਲੇਲੂਇਆ। ਅੱਜ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਆ। ਇਹ ਜਿਹੜਾ ਜਦੋਂ ਅਸੀਂ तीसरी आयत द्वारा मैं फिर तो ਤੁਹਾਡੇ ਲਈ पढ़ांगा वह तुम्हें बहेलिए के जाल से और बहेलिए के जाल से। ये ਜਿਹੜਾ कोरोना वायरस है एक बहेलिए ਦਾ शैतान ਦਾ जाल है। ਕੀ ਕਰਦੇ ਆ? ਕੀ ਹੋਇਆ ਵਾ? ਕਿਸ ਤਰ੍ਹਾਂ ਜਾਲ ਵਿਛਿਆ ਵਾ ਕਿ ਜਦੋਂ ਇੱਕ ਇਨਸਾਨ ਨੂੰ ਕੋਵਿਡ ਹੋ ਜਾਂਦਾ ਆ, ਉਹ ਉਸਦੇ ਅੰਦਰ ਡਰ ਬੈਠ ਜਾਂਦਾ ਆ। ਇਹ ਸ਼ੈਤਾਨ ਦੀ ਇੱਕ ਯੋਜਨਾ ਆ। ਉਸ ਨੂੰ ਸਰਕਾਰ ਨੇ ਕੀ ਅਲਾਉਡ ਕੀਤਾ ਵਾ ਕਿ ਉਸ ਨੂੰ ਕੁਆਰੰਟਾਈਨ ਕਰ ਦਿਓ ਜੀ, ਇਕੱਲਾ ਕਰ ਦਿਓ। ਜਦੋਂ ਉਹ ਇਕੱਲੇ ਦੇ ਵਿੱਚ ਜਾਂਦਾ, ਉਹ ਹੋਰ ਡਿਪਰੈਸ਼ਨ ਦੇ ਵਿੱਚ ਆਉਂਦਾ, ਉਹ ਸੋਚਦਾ ਰਹਿੰਦਾ ਕਿ ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ। ਬਾਈਬਲ ਕਹਿੰਦੀ ਹੈ ਤੇਰੇ ਮੂੰਹ ਤੇਰੇ ਜੀਭ ਦੇ ਵਿੱਚ ਕੀ ਹੈ? ਜੀਵਨ ਹੈ। ਤੇਰੇ ਜੀਭ ਦੇ ਵਿੱਚ ਕੀ ਹੈ? ਮੌਤ ਹੈ। ਹਾਲੇਲੂਇਆ। ਤੇਰੇ ਜੀਭ ਦੇ ਵਸ ਦੇ ਵਿੱਚ ਜੀਵਨ ਤੇ ਤੇਰੇ ਜੀਭ ਦੇ ਵਸ ਵਿੱਚ ਮੌਤ ਹੈ। ਜਿਹੜਾ ਇਸ ਨੂੰ ਕੰਮ ਦੇ ਵਿੱਚ ਲੈ ਕੇ ਆਉਣਾ ਜਾਣਦਾ, ਉਹ ਜਾਣਦਾ ਆ, ਉਹੀ ਬਚੇਗਾ, ਹੈ ਨਾ। ਤੇ ਜੇ ਅਸੀਂ ਆਪਣੇ ਮੂੰਹ ਤੋਂ ਅੰਗੀਕਾਰ ਕਰਾਂਗੇ ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ, ਸਾਨੂੰ ਕੋਈ ਨਹੀਂ ਬਚਾ ਸਕਦਾ। ਜਦੋਂ ਅਸੀਂ ਚੰਗਾ ਅੰਗੀਕਾਰ ਕਰਾਂਗੇ ਕਿ ਬਿਮਾਰੀ ਮੇਰਾ ਕੁਝ ਨਹੀਂ ਕਰ ਸਕਦੀ। ਅਗਰ ਤੁਸੀਂ ਬਿਮਾਰੀ ਦੇ ਨਾਲ ਪੀੜਤ ਵੀ ਹੋਗੇ, ਤੁਸੀਂ ਡਰਨਾ ਨਹੀਂ, ਤੁਸੀਂ ਘਬਰਾਉਣਾ ਨਹੀਂ, ਕਿਉਂਕਿ ਯਿਸੂ ਮਸੀਹ ਸਾਡੇ ਨਾਲ ਹੈ, ਉਹ ਸਾਡੇ ਅੰਗ ਸੰਗ ਹੈ। मैं कहा जो ਤੁਹਾਡੇ अंदर कोई भी बीमारी आ जाए, कोई भी चाहे कोरोना वायरस का अंश आ जाए, तुसी नहीं डरना, तुसी नहीं घबराना। उस बीमारी को कहना ये बीमारी तू मेरे अंदर आ ता गई आ, तेरा अंत है मेरे अंदर होना, क्योंकि मेरे अंदर यीशु मसीह आ। अपने आप को कहना बीमारी तू मेरा कुछ नहीं बिगाड़ सकती, तेरा अंत आ चुका। बीमारी को कहना तेरा अंत आ चुका है। पॉजिटिव सोच रखनी है। ये सारी बहेलीए की चाल है, शैतान की चाल कि एक इंसानों को किद्दां करना है कि उन्होंने अलग दे विच लै जाना, उन्होंने अलग रूम दे विच लै जाना। उसनूं ना कोई इंसान मिलता तो वह की हो जाता है, इंसान इकल्ला पै जांदा, डिप्रैशन पै जांदा, उन्होंने मौत दे अपनी मौत के ख्याल आना पैंदे कि मैं बचांगा कि नहीं बचांगा। ये एक बहेलीए की चाल है। इस वचन के अनुसार वह तुझे बहेलीए के जाल से और महामारी से बचाएगा। ये बहेलीए की चाल है। ये जिहड़ा अलग 14 दिन के बाद तुसी कोई भी 14 दिन कोई भी दवाई नहीं खाओगे ना, तुसी तां भी वायरस तो ठीक हो जाने। तुहाडे मूँह का अंगीकार सही होना चाहिए, तुसी इस कोविड तो आज़ाद हो जाओगे।
ਹਾਲੇਲੂਇਆ। ਇਸ ਕੋਵਿਡ ਤੋਂ ਤੁਸੀਂ ਆਜ਼ਾਦ ਹੋ ਜਾਓਗੇ। 14 ਦਿਨ ਤੁਸੀਂ ਕੁਝ ਵੀ ਨਾ ਖਾਓ, 15ਵੇਂ ਦਿਨ ਤੇ ਤੁਹਾਡੀ ਉੱਤੇ ਰਿਪੋਰਟ ਨੋਰਮਲ ਆ ਜਾਣੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੁਸੀਂ ਅੰਗੀਕਾਰ ਕਰੋ ਕਿ ਮੈਨੂੰ ਯਿਸੂ ਮਸੀਹ ਨੇ ਚੁਣਿਆ, ਮੇਰੇ ਅੰਦਰ ਯਿਸੂ ਮਸੀਹ ਹੈ, ਮੇਰੇ ਅੰਦਰ ਜੀਵਨ ਹੈ, ਇਹ ਬਿਮਾਰੀ ਮੇਰਾ ਕੁਝ ਨਹੀਂ ਕਰ ਸਕਦੀ ਅਗਰ ਤੁਸੀਂ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਆ। ਹਾਲੇਲੂਇਆ। ਤੁਹਾਡੇ ਜੀਵ ਦੇ ਵਸ ਦੇ ਵਿੱਚ ਜੀਵਨ ਹੈ, ਬਾਈਬਲ ਕਹਿੰਦੀ ਆ। ਹਾਲੇਲੂਇਆ। ਆਪਣੇ ਮੂੰਹ ਦੇ ਵਿੱਚੋਂ ਇਹ ਅੰਗੀਕਾਰ ਕਰੋ ਕਿ ਯਿਸੂ ਮਸੀਹ ਨੇ ਮੈਨੂੰ ਛੁਡਾਇਆ, ਯਿਸੂ ਮਸੀਹ ਨੇ ਮੈਨੂੰ ਖਰੀਦਿਆ ਆਪਣੇ ਲਹੂ ਦੇ ਦੁਆਰਾ, ਇਹ ਬਿਮਾਰੀ ਮੇਰਾ ਕੁਝ ਨਹੀਂ ਕਰ ਸਕਦੀ। ਮੈਂ ਕਿਹਾ ਤੁਸੀਂ ਫਿਰ ਆਜ਼ਾਦ ਆ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਅਗਰ ਤੁਸੀਂ ਆਉਣ ਵਾਲੀਆਂ ਵਿਪੱਤੀਆਂ ਤੋਂ ਬਚਣਾ ਆ ਤਾਂ ਤੁਹਾਨੂੰ ਯਿਸੂ ਮਸੀਹ ਦੇ ਵਿੱਚ ਆਉਣਾ ਪਏਗਾ। ਮੈਂ ਤੁਹਾਡੇ ਲਈ ਵਚਨ ਪੜਾਂਗਾ ਇੱਕ ਵਾਰ ਫਿਰ। ਅਬ ਜੋ यीशु मसीह में है उन पर दंड की आज्ञा नहीं है। ਜੇ ਤੁਸੀਂ ਯਿਸੂ ਮਸੀਹ ਦੇ ਵਿੱਚ ਆ ਜਾਂਦੇ ਆ ਤੁਹਾਡੇ ਉੱਤੇ ਸਜ਼ਾ ਦਾ ਹੁਕਮ ਨਹੀਂ ਆ। ਹਾਲੇਲੂਇਆ। ਜਿਸ ਤਰ੍ਹਾਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ, ਜਦੋਂ ਉਤਪਤ ਪੜ੍ਹਦੇ ਆ ਉੱਥੇ ਕੀ ਹੋਇਆ, ਨੂਹ ਦੇ ਸਮੇਂ ਕੀ ਹੋਇਆ, ਉਸ ਪੂਰੇ ਸੰਸਾਰ ਉੱਤੇ ਕੀ ਆਇਆ, ਨੂਹ ਦੇ ਸਮੇਂ ਕੀ ਆਇਆ, ਪੂਰੀ ਧਰਤੀ ਉੱਤੇ ਜਲ ਭਰਲੋ ਆਈ, ਵਿਪੱਤੀ ਆਈ। ਵਿਪੱਤੀ ਦੇ ਵਿੱਚ ਕੀ ਹੋਇਆ, ਪਰਮੇਸ਼ਰ ਨੇ ਨੂਹ ਨੂੰ ਕੀ ਕੀਤਾ, ਸੰਭਾਲ ਕੇ ਰੱਖਿਆ। ਨੂਹ ਕਿੱਥੇ ਸੀਗਾ, ਕਿਸ਼ਤੀ ਦੇ ਵਿੱਚ ਸੀਗਾ। ਜਦੋਂ ਜਿਹੜੇ ਲੋਕ ਕਿਸ਼ਤੀ ਤੋਂ ਬਾਹਰ ਸੀਗੇ ਉਹ ਕੀ ਹੋ ਗਏ, ਨਾਸ਼ ਹੋ ਗਏ, ਖਤਮ ਹੋ ਗਏ। ਹਾਲੇਲੂਇਆ। ਖਤਮ ਹੋ ਗਏ ਤੇ ਉਹ ਖਤਮ ਹੋ ਗਏ ਬਿਮਾਰੀ ਆਪਣੇ ਉਸ ਮੁਸੀਬਤ ਦੇ ਵਿੱਚ ਜਦੋਂ ਆਏ ਆ। ਉਹ ਜਦੋਂ ਉਸ ਥਾਂ ਉੱਤੇ ਕੀ ਆਇਆ, ਹੜ੍ਹ ਆਇਆ। ਹਾਲੇਲੂਇਆ। ਜਿਹੜਾ ਨੂਹ ਸੀਗਾ ਕਿੱਥੇ ਸੀਗਾ, ਉਹ ਕਿਸ਼ਤੀ ਦੇ ਅੰਦਰ ਸੀਗਾ। ਜਿੰਨੇ ਵੀ ਲੋਕ ਕਿਸ਼ਤੀ ਦੇ ਅੰਦਰ ਸੀਗੇ ਬਚਾਏ ਗਏ। ਹਾਲੇਲੂਇਆ। ਜਿਹੜੇ ਕਿਸ਼ਤੀ ਤੋਂ ਬਾਹਰ ਸੀਗੇ ਉਹ ਖਤਮ ਹੋ ਗਏ, ਸਾਰੇ ਜਾਨਵਰ ਤੱਕ ਮਰ ਗਏ, ਕੁਝ ਵੀ ਨਹੀਂ ਬਚਿਆ। ਹਾਲੇਲੂਇਆ। ਜਿਹੜੇ ਲੋਕ ਹੁਣ ਯਿਸੂ ਮਸੀਹ ਦੇ ਵਿੱਚ ਆ, ਮੈਂ ਕਿਹਾ ਉਹ ਬਚਣਗੇ, ਉਹਨਾਂ ਦਾ ਕੁਝ ਨਹੀਂ ਵਿਗੜੇਗਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਆਮੀਨ। ਨੂਹ ਕਿੱਥੇ ਸੀਗਾ, ਕਿਸ਼ਤੀ ਦੇ ਵਿੱਚ। ਉਸਦਾ ਘਰਾਣਾ ਕਿੱਥੇ ਸੀਗਾ, ਉਸਦੇ ਪੁੱਤਰ ਕਿੱਥੇ ਸੀਗੇ, ਉਹਦੀਆਂ ਪੁੱਤਰਾਂ ਦੀਆਂ ਪਤਨੀਆਂ ਕਿੱਥੇ ਸੀਗੀਆਂ, ਕਿਸ਼ਤੀ ਦੇ ਵਿੱਚ। ਜਿੰਨੇ ਵੀ ਜਾਨਵਰ ਸੀਗੇ ਕਿਸ਼ਤੀ ਦੇ ਵਿੱਚ ਸੀਗੇ। ਮੈਂ ਕਿਹਾ ਉਹਨਾਂ ਦਾ ਕੱਖ ਨਹੀਂ ਵਿਗੜਿਆ। ਤੁਸੀਂ ਯਿਸੂ ਮਸੀਹ ਦੇ ਜਿਹੜੇ ਵਿੱਚ ਆ, ਮੈਂ ਕਿਹਾ ਤੁਹਾਡਾ ਕੁਝ ਨਹੀਂ ਵਿਗੜਨ ਵਾਲਾ। ਹਾਲੇਲੂਇਆ। ਤੁਹਾਡਾ ਕੁਝ ਵੀ ਵਿਗੜਨ ਵਾਲਾ ਨਹੀਂ ਆ। ਤੁਸੀਂ ਸਿਰਫ ਇੱਕ ਫੇਥ ਦੇ ਨਾਲ ਚੱਲੋ ਕਿ ਮੈਨੂੰ ਕਿਸੇ ਦਵਾਈ ਦੀ ਨਹੀਂ, ਮੈਨੂੰ ਕਿਸੇ ਚੀਜ਼ ਦੀ ਨਹੀਂ, ਮੇਰੇ ਅੰਦਰ ਯਿਸੂ ਮਸੀਹ ਦੀ ਮੈਨੂੰ ਜ਼ਰੂਰਤ ਹੈ। ਹਾਲੇਲੂਇਆ। ਜਦੋਂ ਯਿਸੂ ਮਸੀਹ ਤੁਹਾਡੇ ਅੰਦਰ ਹੈ ਕੋਈ ਬਿਮਾਰੀ ਨਹੀਂ ਆ ਸਕਦੀ। ਮੈਂ ਕਿਹਾ ਕੋਈ ਗਰੀਬੀ ਨਹੀਂ ਆ ਸਕਦੀ, ਕੋਈ ਤਕਲੀਫ ਨਹੀਂ ਆ ਸਕਦੀ। ਆਏ ਅਗਰ ਆ ਵੀ ਗਈ, ਮੈਂ ਕਿਹਾ ਉਹ ਤਕਲੀਫ ਦਾ ਅੰਤ ਹੈ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਇਹ ਜਿਹੜੀ ਬਹੇਲੀਏ ਦੀ ਚਾਲ ਹੈ, ਇਸ ਕੋਵਿਡ ਦੀ ਚਾਲ ਹੈ, ਇਹ ਸਾਰੀ ਸ਼ੈਤਾਨ ਦੀ ਚਾਲ ਹੈ ਕਿ ਕਿਸ ਤਰ੍ਹਾਂ ਕੇ ਲੋਕਾਂ ਨੂੰ ਉਹ ਖਤਮ ਕਰੇ। ਹਾਲੇਲੂਇਆ। ਸਾਨੂੰ ਕਿੱਥੇ ਆਉਣ ਦੀ ਜ਼ਰੂਰਤ ਹੈ, ਯਿਸੂ ਮਸੀਹ ਦੇ ਵਿੱਚ ਆਉਣ ਦੀ ਜ਼ਰੂਰਤ ਹੈ। ਹਾਲੇਲੂਇਆ। ਸਾਨੂੰ ਯਿਸੂ ਮਸੀਹ ਦੇ ਵਿੱਚ ਆਉਣ ਦੀ ਜ਼ਰੂਰਤ ਹੈ। ਜਦੋਂ ਅਸੀਂ 91 ਜ਼ਬੂਰ ਉਹਦੀ 14 ਆਇਤ ਪੜ੍ਹਦੇ ਹਾਂ, ਮੈਂ ਤੁਹਾਡੇ ਲਈ ਪੜਾਂਗਾ। उसने जो मुझसे स्नेह किया है इसलिए मैं उसको छुड़ाऊंगा। हालेलुया। परमेश्वर ने सानू छुड़ाउण दे लई की कीता, प्यार कीता ते सानू ਉਹ ਆਪਣੇ ਪਿਆਰ ਜਿਹੜਾ ਕਰਦਾ ਆ, ਉਸ ਦੇ ਪਿਆਰ ਦੀ ਖਾਤਰ ਉਹ ਸਾਨੂੰ ਕੀ ਕਰਦਾ ਆ, ਛੁਡਾਉਂਦਾ ਆ। मैं उसको ऊंचे स्थान पर रखूंगा। परमेश्वर कहता मैं ਤੁਹਾਨੂੰ ਉੱਚੇ ਸਥਾਨ ਤੇ ਰੱਖੂੰਗਾ क्योंकि उसने मेरे नाम को जान लिया जी। परमेश्वर कहता जिन्हें मेरे नाम ਨੂੰ ਜਾਣ ਲਿਆ, ਯਿਸੂ ਮਸੀਹ ਨੂੰ ਜਾਣ ਲਿਆ ਆ, ਉਹ ਮੈਂ ਉਹਨੂੰ ਕਿੱਥੇ ਰੱਖਾਂਗਾ, ਉੱਚੇ ਸਥਾਨ ਤੇ ਰੱਖਾਂਗਾ। ਨੂਹ ਦੀ ਕਿਸ਼ਤੀ ਕਿੱਥੇ ਸੀਗੀ, ਜਦੋਂ ਤੂਫਾਨ ਆਇਆ, ਮੀਂਹ 40 ਦਿਨ ਰਾਤ ਮੀਂਹ ਵਰਿਆ, ਤਾਂ ਨੂਹ ਦੀ ਕਿਸ਼ਤੀ ਕਿੱਥੇ ਸੀਗੀ, ਧਰਤੀ ਉੱਤੇ ਕੀ ਸੀਗਾ, ਮੁਸੀਬਤ ਸੀਗੀ, ਭਿਆਨਕ ਹੜ੍ਹ ਸੀਗਾ। ਨੂਹ ਦੀ ਕਿਸ਼ਤੀ ਕਿੱਥੇ ਸੀਗੀ, ਉਸ ਹੜ੍ਹ ਤੋਂ ਉੱਪਰ ਸੀਗੀ। ਹਾਲੇਲੂਇਆ। ਥੱਲੇ ਕੀ ਸੀਗਾ, ਧਰਤੀ ਉੱਤੇ ਪਾਣੀ ਪਾਣੀ ਕੀ ਆ, ਮੌਤ ਸੀਗੀ ਪੂਰੀ ਧਰਤੀ ਦੀ, ਪਰ ਨੂਹ ਦੀ ਕਿਸ਼ਤੀ ਪਾਣੀ ਦੇ ਉੱਤੇ ਸੀਗੀ। ਆਮੀਨ। ਹਾਲੇਲੂਇਆ। ਪਾਣੀ ਦੇ ਉੱਤੇ ਸੀਗੀ। ਪਾਣੀ ਦੇ ਉੱਤੇ ਮਤਲਬ ਵਿਪੱਤੀ ਦੇ ਉੱਤੇ ਸੀਗਾ ਨੂਹ। ਹਾਲੇਲੂਇਆ। ਜਦੋਂ ਤੁਸੀਂ ਯਿਸੂ ਮਸੀਹ ਦੇ ਵਿੱਚ ਆ ਜਾਓਗੇ, ਮੈਂ ਕਿਹਾ ਵਿਪੱਤੀ ਤੋਂ ਉੱਤੇ ਆ ਤੁਸੀਂ, ਫਿਰ ਕੋਵਿਡ ਤੋਂ ਉੱਤੇ ਆ ਤੁਸੀਂ। ਕੋਵਿਡ ਤੁਹਾਡੇ ਪੈਰਾਂ ਦੇ ਹੇਠਾਂ, ਮੈਂ ਕਿਹਾ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਹਾਲੇਲੂਇਆ। ਚਾਹੇ ਕੋਈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵਿਪੱਤੀ ਆਉਂਦੀ ਆ, ਉਹਨਾਂ ਸਾਰੀਆਂ ਵਿਪੱਤੀਆਂ ਤੋਂ, ਉਹਨਾਂ ਸਾਰੇ ਮਹਾਮਾਰੀਆਂ ਤੋਂ, ਉਹਨਾਂ ਹਰ ਇੱਕ ਸ਼ੈਤਾਨੀ ਚਾਲ ਤੋਂ ਤੁਸੀਂ ਉੱਤੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕੋਈ ਵਿਪੱਤੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ, ਕੋਈ ਮਹਾਰੋਗ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਚਾਹੇ ਕੋਵਿਡ ਆ ਜਾਏ, ਚਾਹੇ ਕੁਝ ਵੀ ਆ ਗਿਆ, ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਿਅੰਕਰ, ਬਾਈਬਲ ਕਹਿੰਦੀ ਆ ਤੂਫਾਨ ਆਣੇ ਆ, ਭੁੱਖਮਰੀਆਂ ਆਣੀਆਂ, ਅਕਾਲ ਆਣੇ, ਕਲੇਸ਼ ਆਣੇ ਆ, ਭੂਚਾਲ ਆਣੇ ਆ, ਤੇ ਆ ਵੀ ਰਹੇ ਆ, ਭਿਅੰਕਰ ਘਟਨਾਵਾਂ ਹੋਣੀਆਂ। ਯਿਸੂ ਮਸੀਹ ਸਾਨੂੰ ਉਹਨਾਂ ਸਾਰੀਆਂ ਭਿਅੰਕਰ ਘਟਨਾਵਾਂ ਤੋਂ ਉੱਤੇ ਰੱਖੇਗਾ, ਸਾਨੂੰ ਬਚਾ ਕੇ ਰੱਖੇਗਾ, ਸਾਨੂੰ ਸੰਭਾਲ ਕੇ ਰੱਖੇਗਾ। ਬਸ ਵਿਸ਼ਵਾਸ ਦੇ ਵਿੱਚ ਬਣੇ ਰਹਿਣਾ, ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ। ਹਾਲੇਲੂਇਆ। ਵਚਨ
ਦੇ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ, ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ, ਨਿਰੰਤਰ ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣਾ। ਹਾਲੇਲੂਇਆ। ਕਦੇ ਨਹੀਂ ਡਰਨਾ, ਕਦੇ ਨਹੀਂ ਘਬਰਾਣਾ। ਪਰਮੇਸ਼ਰ ਸਾਡੇ ਅੰਗ ਸੰਗ ਜੋ ਹੈ, ਪਰਮੇਸ਼ਰ ਸਾਡੇ ਨਾਲ ਜੋ ਹੈ। ਆਮੀਨ। ਹਾਲੇਲੂਇਆ। ਪਰਮੇਸ਼ਰ ਹਮੇਸ਼ਾ ਸਾਨੂੰ ਬਚਾ ਕੇ ਰੱਖੇਗਾ। ਕਦੇ ਨਹੀਂ ਡਰਨਾ, ਕਦੇ ਨਹੀਂ ਘਬਰਾਣਾ। ਹਾਲੇਲੂਇਆ। ਸਾਨੂੰ ਉਹ ਕਿੱਥੇ ਰੱਖੇਗਾ? ਉੱਚੇ ਸਥਾਨ ਉੱਤੇ ਰੱਖੇਗਾ। ਹਾਲੇਲੂਇਆ। ਨੂਹ ਦੀ ਕਿਸ਼ਤੀ ਕਿੱਥੇ ਸੀਗੀ? ਉੱਚੇ ਸਥਾਨ ਤੇ ਸੀਗੀ। ਜਿੱਦਾਂ ਜਿੱਦਾਂ ਤੂਫਾਨ ਵੱਧਦਾ ਗਿਆ, ਜਿੱਦਾਂ ਜਿੱਦਾਂ ਤਕਲੀਫਾਂ ਵੱਧਦੀਆਂ ਗਈਆਂ, ਕਿਸ਼ਤੀ ਵੀ ਉੱਦਾਂ ਉੱਚੀ ਜਾਂਦੀ ਰਹੀ। ਹਾਲੇਲੂਇਆ। ਜਿੱਦਾਂ ਇਸ ਸੰਸਾਰ ਦੇ ਵਿੱਚ ਤਕਲੀਫਾਂ ਵੱਧਦੀਆਂ ਜਾਣਗੀਆਂ ਸੰਸਾਰ ਦੇ ਵਿੱਚ, ਇਹ ਸਾਡੀ ਜਿਹੜੀ ਆ ਆਤਮਿਕ ਕਿਸ਼ਤੀ ਆ ਉੱਤੇ ਜਾਂਦੀ ਰਹੇਗੀ। ਹਾਲੇਲੂਇਆ। ਅਗਰ ਅਸੀਂ ਯਿਸੂ ਮਸੀਹ ਦੇ ਵਿੱਚ ਆ, ਅਗਰ ਜਿਹੜੇ ਬਾਹਰ ਹੈ, ਅੱਜ ਸਮਾਂ ਆ ਕਿ ਯਿਸੂ ਮਸੀਹ ਦੇ ਵਿੱਚ ਆ ਜਾਈਏ। ਜਿਹੜੇ ਅਧੂਰੇ ਆ, ਅੱਧੇ ਕੁ ਵਿੱਚ ਆ, ਉਹਨਾਂ ਦੇ ਲਈ ਵੀ ਅੱਜ ਇਹ ਮੈਸੇਜ ਆ ਕਿ ਤੁਸੀਂ ਵੀ ਯਿਸੂ ਮਸੀਹ ਦੇ ਵਿੱਚ ਪੂਰਨ ਆ ਜਾਓ। ਮੈਂ ਕਿਹਾ ਕੁਝ ਨਹੀਂ ਹੋ ਸਕਦਾ ਤੁਹਾਨੂੰ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਉਹਦਾ ਵਾਅਦਾ ਆ, ਕਹਿੰਦਾ ਮੈਂ ਤੈਨੂੰ ਹਰ ਮਹਾਰੋਗ ਤੋਂ ਕੀ ਕਰੂੰਗਾ? ਮਹਾਮਾਰੀ ਸੇ ਬਚਾਏਗਾ। मैं तुझे बहेलिए के जाल से और महामारी से बचाएगा। परमेश्वर ਦਾ ਵਾਅਦਾ ਆ, ਉਹਦੇ ਵਾਅਦੇ ਸੱਚੇ ਹਾਂ ਤੇ ਆਮੀਨ ਦੇ ਵਿੱਚ ਹਨ। ਮੈਂ ਕਿਹਾ ਕੋਈ ਤੁਹਾਨੂੰ ਇਨਸਾਨ ਨਹੀਂ ਬਲਕਿ ਪਰਮੇਸ਼ਰ ਬਚਾਏਗਾ ਖੁਦ। ਹਾਲੇਲੂਇਆ। ਤੁਸੀਂ ਇੱਕ ਤੁਹਾਡਾ ਕੰਮ ਹੈ ਕਿ ਤੁਸੀਂ ਉਹਦੇ ਵਿੱਚ ਆਣਾ। ਹਾਲੇਲੂਇਆ। ਜਦੋਂ ਤੁਸੀਂ ਵਿੱਚ ਆਉਂਗੇ, ਮੈਂ ਕਿਹਾ ਬਲੈਸ ਹੈ। ਹਾਲੇਲੂਇਆ। ਜਦੋਂ ਤੁਸੀਂ ਵਿੱਚ ਹੈ, ਕੀ ਹੈ? ਬਲੈਸ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਗੇ ਕੀ ਲਿਖਿਆ? ਵੈ ਤੁਝੇ ਆਪਣੇ ਪੰਖੋਂ ਕੀ ਆੜ ਮੇ ਲੈ ਲੇਗਾ। ਹਾਲੇਲੂਇਆ। ਉਹ ਤੁਹਾਨੂੰ ਸੰਭਾਲ ਕੇ ਰੱਖੇਗਾ, ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲ ਕੇ ਰੱਖੇਗਾ। ਅੱਗੇ ਵਚਨ ਕਹਿੰਦਾ ਆ 6 ਆਇਤ, ਨਾ ਉਸ ਮਰੀਜ਼ ਸੇ ਜੋ ਅੰਧੇਰੇ ਮੇ ਫੈਲਤੀ ਹੈ, ਜਿਹੜੀ ਰਾਤ ਨੂੰ ਫੈਲਦੀ ਆ। ਮਰੀ ਦਾ ਮਤਲਬ ਕੋਈ ਵੀ ਬਿਮਾਰੀ। और ना उस महारोग से जो दिन दोपहरी में उजाड़ता है। चाहे वो दिन के समय कोई महामारी फैलती है, चाहे कुछ भी है। तेरे 7 आयत लिखा, तेरे निकट 1000 और तेरी दाहिनी और 10,000 गिरेगे परंतु वह तेरे पास ना आएगा। हालेलुया। ਤੁਹਾਡੇ ਆਲੇ ਦੁਆਲੇ ਨੁਕਸਾਨ ਹੋ ਸਕਦਾ, ਪਰ ਤੁਹਾਡਾ ਨੁਕਸਾਨ ਨਹੀਂ ਹੋ ਸਕਦਾ, ਕਿਉਂਕਿ ਪਰਮੇਸ਼ਰ ਸਾਨੂੰ ਸੰਭਾਲੇਗਾ। ਸਾਨੂੰ ਸਿਰਫ ਇੱਕ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਪਰਮੇਸ਼ਰ ਦੇ ਨਜ਼ਦੀਕ ਆਉਣ ਦੀ ਜ਼ਰੂਰਤ ਹੈ, ਸਾਨੂੰ ਪ੍ਰਾਰਥਨਾ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ, ਸਾਨੂੰ ਆਪਣੇ ਆਤਮਿਕ ਜੀਵਨ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ। ਮੈਂ ਕਿਹਾ ਸਾਨੂੰ ਫਿਰ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ। ਹਾਲੇਲੂਇਆ। ਸਾਨੂੰ ਫਿਰ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ। ਨਾ ਡਰੀਏ, ਨਾ ਘਬਰਾਈਏ। ਇਸ ਮੈਸੇਜ ਨੂੰ ਸ਼ੇਅਰ ਕਰੀਏ। ਜਿੰਨੇ ਵੀ, ਅਗਰ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਵਿੱਚ, ਚਾਹੇ ਤੁਸੀਂ ਕੋਵਿਡ ਦੀ ਬਿਮਾਰੀ ਦੇ ਵਿੱਚ ਹੈ, ਮੈਂ ਕਿਹਾ ਪ੍ਰਾਰਥਨਾ ਕਰੀਏ, ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰੀਏ। ਤੁਸੀਂ ਬਲੈਸ ਆ, ਤੁਹਾਨੂੰ ਯਿਸੂ ਮਸੀਹ ਛੁਡਾਏਗਾ। ਹਾਲੇਲੂਇਆ। ਤੁਹਾਨੂੰ ਬਚਾਏਗਾ ਹਰ ਮਹਾਰੋਗ ਤੋਂ। ਹਾਲੇਲੂਇਆ। ਪਰਮੇਸ਼ਰ ਇਹਨਾਂ ਵਚਨਾਂ ਤੇ ਤੁਹਾਨੂੰ ਆਸ਼ੀਸ਼ ਦੇਵੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਹੁਤ ਸਾਰੇ ਜਿੰਨੇ ਵੀ ਮਸੀਹ ਭੈਣ ਭਰਾ ਉਹਨਾਂ ਨੂੰ ਸਭ ਨੂੰ ਸ਼ੇਅਰ ਕਰੋ ਕਿ ਅਸੀਂ ਕਿੱਥੇ ਆਉਣਾ ਆ। ਇਹਨਾਂ ਦਿਨਾਂ ਦੇ ਵਿੱਚ ਯਿਸੂ ਮਸੀਹ ਦੇ ਵਿੱਚ ਆਉਣਾ ਆ। ਅਸੀਂ ਜਦੋਂ ਵਿੱਚ ਆਵਾਂਗੇ, ਕਿਸ਼ਤੀ ਦੇ ਵਿੱਚ ਆਵਾਂਗੇ। ਨੂਹ ਕਿਸ਼ਤੀ ਦੇ ਵਿੱਚ ਗਿਆ, ਉਦੋਂ ਬਚਾਇਆ ਗਿਆ। ਅਗਰ ਨੂਹ ਕਿਸ਼ਤੀ ਦੇ ਬਾਹਰ ਰਹਿ ਜਾਂਦਾ ਤਾਂ ਉਸਨੇ ਕੀ ਹੋ ਜਾਣਾ ਸੀਗਾ? ਖਤਮ ਹੋ ਜਾਣਾ। ਤਾਂ ਨੂਹ ਕਿਸ਼ਤੀ ਦੇ ਵਿੱਚ ਗਿਆ। ਹਾਲੇਲੂਇਆ। ਅਸੀਂ ਵੀ ਕਿੱਥੇ ਆਉਣਾ ਹੁਣ? ਯਿਸੂ ਮਸੀਹ ਦੇ ਵਿੱਚ ਆਉਣਾ ਆ, ਪੂਰਨ ਚੰਗੀ ਤਰ੍ਹਾਂ। ਪੂਰਨ। ਅੱਧਾ ਪੈਰ ਮਸੀਹ ਦੇ ਵਿੱਚ, ਅੱਧਾ ਪੈਰ ਬਾਹਰ ਨਹੀਂ। ਉਹਨਾਂ ਕੰਮਾਂ ਨੂੰ ਛੱਡ ਕੇ ਕੀ ਕਰਨਾ ਆ? ਮਸੀਹ ਦੇ ਵਿੱਚ ਆਉਣਾ। ਜਦੋਂ ਅਸੀਂ ਮਸੀਹ ਦੇ ਵਿੱਚ ਆਵਾਂਗੇ, ਮੈਂ ਕਿਹਾ ਬਲੈਸ ਆ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਬਲੈਸ ਆ, ਫਿਰ ਤੁਸੀਂ ਆਲਰੇਡੀ ਬਲੈਸ ਹੈ। ਹਾਲੇਲੂਇਆ। ਤੇ ਆਓ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ। ਅਗਰ ਤੁਹਾਡੇ ਕਿਤੇ ਵੀ ਬਿਮਾਰੀ ਆ, ਲਾਚਾਰੀ ਆ, ਕੁਝ ਵੀ ਆ, ਤੁਸੀਂ ਉਸ ਸਥਾਨ ਤੇ ਹੱਥ ਰੱਖੋ। ਅਗਰ ਤੁਸੀਂ ਕੋਵਿਡ ਦੇ ਸ਼ਿਕਾਰ ਆ, ਤੁਸੀਂ ਇਸ ਨੂੰ ਰਿਸੀਵ ਕਰੋ। ਮੈਂ ਤੁਹਾਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਛੁਟਕਾਰਾ ਦਿੰਦਾ ਆ। ਆਓ ਆਪਣੀ ਅੱਖਾਂ ਨੂੰ ਬੰਦ ਕਰੋ। ਪਿਤਾ, ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਤੇਰੇ ਬੱਚਿਆਂ ਦੇ ਲਈ ਖੁਦਾਵੰਦ ਖੁਦਾ ਪਿਆਰੇ ਪਿਤਾ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰ ਪਿਤਾ ਪਰਮੇਸ਼ਰ। ਇਹਨਾਂ ਨੂੰ ਛੂ ਖੁਦਾਵੰਦ ਖੁਦਾ, ਇਹਨਾਂ ਨੂੰ ਟੱਚ ਕਰ ਮੇਰੇ ਖੁਦਾਵੰਦ ਖੁਦਾ। ਇਹਨਾਂ ਨੂੰ ਹੀਲ ਕਰ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਕਰੋਨਾ ਵਾਇਰਸ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਦੂਰ ਹੋ ਜਾਏ। ਜਦੋਂ ਇਹ ਪਿਤਾ ਪਰਮੇਸ਼ਰ ਪ੍ਰਾਰਥਨਾ ਨੂੰ ਸੁਣ ਖੁਦਾਵੰਦ ਖੁਦਾ। ਪਿਤਾ ਪਰਮੇਸ਼ਰ ਚਾਹੇ ਲੇਟ ਸੁਣ, ਜਦੋਂ ਵੀ ਸੁਣ ਪਿਤਾ ਪਰਮੇਸ਼ਰ, ਉਦੋਂ ਹੀ ਪਿਤਾ ਪਰਮੇਸ਼ਰ ਹਰ ਬਿਮਾਰੀ, ਲਾਚਾਰੀ, ਕਮਜ਼ੋਰੀ, ਦੁਸ਼ਟ ਆਤਮਾ ਇਹਨਾਂ ਦੇ ਜ਼ਿੰਦਗੀਆਂ ਦੇ ਵਿੱਚੋਂ ਸਮਾਪਤ ਹੋ ਜਾਏ ਪਿਤਾ ਪਰਮੇਸ਼ਰ। ਕੋਈ ਵੀ ਪਿਤਾ ਪਰਮੇਸ਼ਰ ਸ਼ੈਤਾਨੀ ਚਾਲ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕਾਰਿਆ ਨਾ ਕਰ ਸਕੇ। ਹਰ ਮਹਾਰੋਗ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਚਲਾ ਜਾਏ। ਹਰ ਡੈਥ ਦੀ ਸਪਿਰਿਟ ਦੂਰ ਚਲੀ ਜਾਏ। ਹਰ ਪਿਤਾ ਪਰਮੇਸ਼ਰ ਸ਼ੈਤਾਨੀ ਪਾਵਰ ਦੂਰ ਚਲੀ ਜਾਏ। ਹਰ ਤਰ੍ਹਾਂ ਦੀ ਇਨਫੈਕਸ਼ਨ, ਬਿਮਾਰੀਆਂ, ਲਾਚਾਰੀ,
ਰਿਸ਼ਤੇਦਾਰੀਆਂ, ਇਹਨਾਂ ਦੀ ਜ਼ਿੰਦਗੀਆਂ ਨੂੰ, ਇਹਨਾਂ ਦੇ ਜੀਵਨਾਂ ਨੂੰ ਛੱਡ ਕੇ ਦੂਰ ਚੱਲ ਜਾਣ। ਪ੍ਰਭੂ ਯਿਸੂ ਤੇਰਾ ਲਹੂ ਮੈਂ ਇਹਨਾਂ ਉੱਤੇ ਲਗਾਉਣਾ, ਇਹਨਾਂ ਨੂੰ ਤੇਰੇ ਲਹੂ ਦੇ ਵਿੱਚ ਕਵਰ ਕਰਦਾ ਮੇਰੀ ਖੁਦਾਵੰਦ ਖੁਦਾ। ਮੈਂ ਹੀਲ ਕਰਦਾ ਇਹਨਾਂ ਨੂੰ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਖੁਦਾਵੰਦ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਗੋਡ ਬਲੈਸ ਯੂ।